ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਫਿਰ ਇੱਕ ਅਹਿਮ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਹਾਂ। ਅਸੀਂ ਅੱਜ ਇਹ ਕਿਹਾ ਜਾਵੇ ਕਿ ਇਕਨੋਮੀ ਦੇ ਯੁੱਗ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਕਰੰਸੀ ਨੂੰ ਲੈ ਕੇ ਸਾਰਾ ਕਾਰੋਬਾਰ ਚੱਲਦਾ ਹੈ। ਇਸ ਸਮੇਂ ਬਹੁਤੀ ਕਰੰਸੀ ਸਾਡੀ ਪਿਛਲੇ ਸਮੇਂ ਵਾਲੀ ਕਰੰਸੀ ਨਹੀਂ ਰਹੀ, ਜਿਹਦੇ ਵਿੱਚ ਅਸੀਂ ਹੱਥ ਦੇ ਵਿੱਚ ਫਿਜ਼ੀਕਲੀ ਨੋਟ ਵਗੈਰਾ ਰੱਖਦੇ ਸੀ। ਹੁਣ ਕਰੰਸੀ ਇੱਕ ਰੂਪ ਦੇ ਵਿੱਚ ਡਿਜੀਟਲ ਹੋ ਗਈ, ਆਨਲਾਈਨ ਭੁਗਤਾਨ ਹੋਣ ਲੱਗ ਗਿਆ। ਗੂਗਲ ਪੇ ਤੇ ਪੇਟੀਐਮ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲੇ ਆ ਗਈਆਂ। ਇਹ ਸਾਰਾ ਕੁਝ ਆਮ ਬੰਦੇ ਜਾਣਨ ਲੱਗ ਗਏ। ਪਰ ਇਸ ਤੋਂ ਵੀ ਅੱਗੇ ਇੱਕ ਨਵੀਂ ਕਰੰਸੀ ਆਈ ਹੈ, ਜਿਸ ਨੂੰ ਕ੍ਰਿਪਟੋ ਕਰੰਸੀ ਕਿਹਾ ਜਾਂਦਾ ਹੈ। ਜਿਹੜੀ ਕ੍ਰਿਪਟੋ ਕਰੰਸੀ ਹੈ, ਉਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸ਼ੇਅਰ ਮਾਰਕੀਟ ਨਾਲ ਕਰੰਸੀ ਦੇ ਆਦਾਨ ਪ੍ਰਦਾਨ ਨਾਲ ਜੁੜੇ ਹੋਏ ਆ, ਕਦੇ ਕਦੇ ਸੁਣਨ ਨੂੰ ਮਿਲਦਾ ਹੈ ਕਿ ਇਹ ਵੀ ਕੋਈ ਕਰੰਸੀ ਦਾ ਨਵਾਂ ਰੂਪ ਹੈ। ਇਹ ਕੀ ਹੈ, ਕਿਵੇਂ ਸ਼ੁਰੂ ਹੋਈ, ਇਸ ਕਰੰਸੀ ਵਿੱਚ ਭੁਗਤਾਨ ਕਿਵੇਂ ਕੀਤਾ ਜਾਂਦਾ ਹੈ, ਇਸ ਕਰੰਸੀ ਦਾ ਭਵਿੱਖ ਕੀ ਹੈ, ਇਸ ਕਰੰਸੀ ਨੂੰ ਵਰਤਿਆ ਕਿਵੇਂ ਜਾਂਦਾ ਹੈ, ਇਹ ਬਹੁਤ ਸਾਰੇ ਸਵਾਲ ਮੇਰਾ ਖਿਆਲ ਹੈ ਸਾਰਿਆਂ ਦੇ ਮਨਾਂ ਦੇ ਵਿੱਚ ਰਹਿੰਦੇ ਹੈ। ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਅੱਜ ਅਸੀਂ ਗੁਰਜੋਤ ਸਿੰਘ ਢਾਂਡਾ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਸਵਾਗਤ ਹੈ ਗੁਰਜੋਤ ਤੁਹਾਡਾ। ਥੈਂਕ ਯੂ ਜੀ। ਹਾਂ ਗੁਰਜੋਤ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕ੍ਰਿਪਟੋ ਕਰੰਸੀ ਅਸੀਂ ਕਹਿੰਦੇ ਕਿਸ ਨੂੰ ਹੈ? ਸੋ ਲਾਰਜਲੀ ਜਿੱਥੇ ਰੈਫਰੈਂਸ ਹੁੰਦਾ ਕ੍ਰਿਪਟੋ ਕਰੰਸੀ ਇੱਕ ਬਹੁਤ ਵੱਡਾ ਅੰਬ੍ਰੈਲਾ ਵਾ ਜਿਹਨੂੰ ਆਪਾਂ ਕਹਿੰਦੇ ਆ, ਪਰ ਮੇਨਲੀ ਜਿਹੜੇ ਮੁੱਦੇ ਤੇ ਆਪਾਂ ਹੁਣ ਗੱਲ ਕਰਨੀ ਆ ਉਹਦੇ ਬਾਰੇ ਮੈਂ ਕਹੂੰਗਾ ਕਿ ਇੱਕ ਬਿਟਕੋਇਨ ਸਪੈਸੀਫਿਕ ਜਿਹੜੀ ਕ੍ਰਿਪਟੋ ਕਰੰਸੀ ਦੀ ਸ਼ੁਰੂਆਤ ਕੀਤੀ ਸੀ ਕ੍ਰਿਪਟੋ ਕਰੰਸੀ ਤੇ ਬਲੌਕਚੇਨ ਨੂੰ, ਉਹਨੂੰ ਉਹ ਜ਼ਿਆਦਾ ਮੁੱਦਾ ਵਾ ਅੱਜ ਕਰੰਸੀ ਦੇ ਮਾਮਲਿਆਂ ਦੇ ਵਿੱਚ। ਹੋਰ ਕ੍ਰਿਪਟੋ ਕਰੰਸੀਆਂ ਦੇ ਆਪਣੇ ਅਲੱਗ ਮਕਸਦ ਨੇ, ਜਿੱਦਾਂ ਇਥੇਰੀਅਮ ਇੱਕ ਕ੍ਰਿਪਟੋ ਕਰੰਸੀ ਆ, ਪਰ ਉਹ ਇੱਕ ਡਿਸਟ੍ਰੀਬਿਊਟਿਡ ਕੰਪਿਊਟਿੰਗ ਸਿਸਟਮ ਬਣਨਾ ਚਾਹੁੰਦੀ ਆ ਦੁਨੀਆ ਦੇ, ਪਰ ਉਹਦਾ ਫਿਰ ਇੱਕ ਅਲੱਗ ਮਿਸ਼ਨ ਆ। ਬਿਟਕੋਇਨ ਦੀ ਇੱਕ ਅਲੱਗ ਪਰਪਸ ਆ ਤੇ ਉਹਨੂੰ ਵਰਤਿਆ ਕਿਸੇ ਹੋਰ ਪਰਪਸ ਵਾਸਤੇ ਸੀਗਾ। ਸੋ ਆਮ ਤੌਰ ਤੇ ਜਦ ਕ੍ਰਿਪਟੋ ਕਰੰਸੀ ਦੀ ਗੱਲ ਹੁੰਦੀ ਆ, ਅੰਬ੍ਰੈਲਾ ਬਹੁਤ ਵੱਡਾ ਵਾ, ਪਰ ਲਾਰਜਲੀ ਬਿਟਕੋਇਨ ਦੇ ਬਾਰੇ ਗੱਲ ਕਰਦੇ ਆ। ਜਿੱਦਾਂ ਆਪਾਂ ਦੂਜੀ ਕਰੰਸੀ ਹੈ ਜਿਹੜੀ ਸਾਡੇ ਕੋਲੇ, ਅਸੀਂ ਉੱਥੇ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ, ਜਾਂ ਸੈਲਿੰਗ ਜਾਂ ਪਰਚੇਜ਼ਿੰਗ, ਉਸ ਦੇ ਵਿੱਚ ਅਸੀਂ ਭੁਗਤਾਨ ਕਰਦੇ ਹਾਂ, ਸਾਨੂੰ ਪਤਾ ਰਹਿੰਦਾ ਹੈ। ਕੀ ਕ੍ਰਿਪਟੋ ਕਰੰਸੀ ਨੂੰ ਇਸ ਤਰੀਕੇ ਨਾਲ ਸੇਲ ਪਰਚੇਜ਼ ਲਈ ਵੀ ਵਰਤਿਆ ਜਾਂਦਾ ਹੈ? ਹਾਂਜੀ, ਵਰਤਿਆ ਜਾਂਦਾ ਵਾ। ਇਸ ਵਕਤ ਮਿਨੀਮਲ ਰੂਪ ਨੇ ਜਿੱਥੇ ਤੁਸੀਂ ਕੋਈ ਚੀਜ਼ ਖਰੀਦ ਸਕਦੇ ਹੋ, ਲੈ ਸਕਦੇ ਹੋ। ਲੋਕੀ ਟੈਕਨੋਲੋਜੀ ਡਿਵੈਲਪ ਕਰ ਰਹੇ, ਜਿਸ ਹਿਸਾਬ ਨਾਲ ਤੁਸੀਂ ਬੈਂਕ ਅਕਾਊਂਟ ਨਾਲ ਲਿੰਕ ਕਰ ਸਕਦੇ ਹੋ। ਪਰ ਜਿੱਥੇ ਆਪਾਂ ਬਿਟਕੋਇਨ ਦੀ ਗੱਲ ਕਰਦੇ ਹਾਂ, ਬਿਟਕੋਇਨ ਦੀ ਯੂਸੇਜ ਇਸ ਵਾਸਤੇ ਨਹੀਂ ਹੋਣੀ ਕਿ ਆਪਾਂ ਡੇਲੀ ਪਰਚੇਸਿਸ ਯੂਜ਼ ਕਰ ਸਕਦੇ। ਹਾਲਾਂਕਿ ਉਹ ਚੱਲ ਰਿਹਾ, ਜਿੱਦਾਂ ਅਫਰੀਕਾ ਦੇ ਵਿੱਚ ਤੇ ਸਾਊਥ ਅਮਰੀਕਾ ਵਿੱਚ ਕਾਫੀ ਦੇਸ਼ ਨੇ, ਉਹ ਆਪਣੀ ਡੇਲੀ ਪਰਚੇਸਿਸ ਵਾਸਤੇ ਕ੍ਰਿਪਟੋ ਕਰੰਸੀ ਜਾਂ ਬਿਟਕੋਇਨ ਯੂਜ਼ ਕਰਦੇ ਨੇ, ਪਰ ਉਸ ਚੀਜ਼ ਵਾਸਤੇ ਡਿਜ਼ਾਈਨ ਨਹੀਂ ਹੈ ਬਿਟਕੋਇਨ ਦਾ। ਜੇ ਆਪਾਂ ਕਹੀਏ ਇੱਕ ਵਧੀਆ ਡਿਜ਼ਾਈਨ ਇਹ ਹੋ ਸਕਦਾ ਕਿ ਬੈਂਕਾਂ ਜਾਂ ਬਹੁਤ ਵੱਡੀਆਂ ਲਾਰਜ ਆਰਗੇਨਾਈਜੇਸ਼ਨ ਆਪਸ ਦੇ ਸੈਟਲਮੈਂਟ ਕਰਨ ਵਾਸਤੇ, ਜਦੋਂ ਲਾਰਜ ਮਨੀ ਦਾ ਜਾਂ ਵੱਡੀ ਰਕਮਾਂ ਦਾ ਹੋਣ ਲੱਗਦਾ ਹਿੱਸਾ, ਕਿ ਉਹਦੇ ਵਾਸਤੇ ਉਹਨੂੰ ਵਰਤਿਆ ਜਾ ਸਕਦਾ। ਜੋਤ, ਕਈ ਵਾਰੀ ਇਹ ਹੁੰਦਾ ਹੈ ਕਿ ਜਿੱਦਾਂ ਰਿਜ਼ਰਵ ਬੈਂਕ ਆਫ ਇੰਡੀਆ, ਰਿਜ਼ਰਵ ਬੈਂਕ ਆਫ ਅਮਰੀਕਾ ਜਾਂ ਕੈਨੇਡਾ, ਇੱਕ ਸਾਡਾ ਜਿਹੜਾ ਵਰਲਡ ਬੈਂਕ ਹੈ, ਇਹ ਸਾਰੇ ਕਿਸੇ ਨਾ ਕਿਸੇ ਲੈਵਲ ਤੇ ਕਰੰਸੀ ਨੂੰ ਕੰਟਰੋਲ ਕਰਦੇ ਹੈ। ਉਹਦੇ ਰਾਹੀਂ ਸਾਰੇ ਕੁਛ ਨੂੰ ਦੇਖਦੇ ਹੈ। ਜਿਹੜਾ ਬਿਟਕੋਇਨ ਹੈ, ਇਸ ਨੂੰ ਕੌਣ ਕੰਟਰੋਲ ਕਰਦਾ? ਇਸ ਨੂੰ ਕੋਈ ਨਹੀਂ ਕੰਟਰੋਲ ਕਰਦਾ। ਇਹ ਇੱਕ ਅਹਿਮ ਮੁੱਦਾ ਵਾ, ਕਿਉਂਕਿ ਆਮ ਤੌਰ ਤੇ ਜਿਹੜੀ ਤੁਸੀਂ ਗੱਲ ਕਹੀ ਹੈ, ਇੱਕ ਕਰੰਸੀ ਦਾ ਇੱਕ ਮੋਨੋਪੋਲੀ ਹੁੰਦੀ ਆ ਉਸ ਨੈਸ਼ਨਲ ਬੈਂਕ ਦੀ, ਉਹਦੇ ਤੇ ਮੋਨੋਪੋਲੀ ਹੁੰਦੀ ਆ ਕਿ ਕਿੰਨੀ ਕਿਸਦੀ ਸਰਕੂਲੇਸ਼ਨ ਹੋਣੀ ਆ, ਉਸ ਵਕਤ ਕਿੰਨੀ ਕੁ ਘਟਾ ਲੈਣੀ ਹੈ, ਕਿੰਨੀ ਕੁ ਵਧਾ ਲੈਣੀ ਆ। ਉਹਦਾ ਇਨਫਲੇਸ਼ਨ ਨਾਲ ਵੀ ਡਾਇਰੈਕਟ ਤਾਲੁਕ ਆ। ਜਿਸ ਹਿਸਾਬ ਨਾਲ ਜਿੰਨੀ ਕਰੰਸੀ ਤੁਸੀਂ ਵਿੱਚ ਹੀ ਪਾਉਂਦੇ ਹੋ ਸਰਕੂਲੇਸ਼ਨ ਦੇ ਵਿੱਚ, ਉਨੀ ਉਹ ਮਹਿੰਗਾਈ ਤੇ ਇਨਫਲੇਸ਼ਨ ਨੇ ਵਧਣਾ ਵਾ ਤੁਹਾਡੀ ਇਕਨੋਮੀ ਦੇ ਵਿੱਚ। ਸੋ ਇਹ ਸ਼ੁਰੂਆਤ ਤਾਂ ਇੱਕ ਅਨੋਨਿਮਸ ਬੰਦੇ ਨੇ ਕੀਤੀ ਸੀ, ਉਹਦਾ ਜਿਹੜਾ ਆਪਾਂ ਕਹਿੰਦੇ ਤਕੱਲੁਫ ਸਤੋਸ਼ੀ ਨਾਕਾਮੋਟੋ ਆ, ਪਰ ਉਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਉਹ ਕੌਣ ਆ। ਤੇ ਉਹਨੇ ਬਣਾਈ ਸੀ ਆ ਚੀਜ਼ ਬਿਟਕੋਇਨ, ਕਿ ਇਹਦੇ ਵਿੱਚ ਤੁਸੀਂ ਜਿਹੜੇ ਮਾਈਨਰਸ ਨੇ, ਜਿਹੜੇ ਬਲੌਕ ਪ੍ਰੋਡਿਊਸ ਕਰਦੇ ਨੇ, ਜਿਹੜਾ ਰਿਕਾਰਡ ਰੱਖਦੇ ਨੇ ਕੀ ਤੇ ਕੀ ਹੋਇਆ, ਕਿਹਦੇ ਕੋਲ ਕਿੰਨੇ ਬਿਟਕੋਇਨ ਨੇ, ਕਿਹਦੇ ਕੋਲ ਕਿੰਨੇ ਨੇ, ਉਹ ਪਾਰਟਿਸਿਪੇਟ ਕਰਦੇ ਨੇ। ਫਿਰ ਉਹਨਾਂ ਨੂੰ ਬਿਟਕੋਇਨ ਮਿਲਦਾ, ਦੂਜੇ ਲੋਕ ਆਪਣੀ ਟ੍ਰਾਂਸਫਰ ਕਰਦੇ ਨੇ ਇੱਕ ਦੂਜੇ ਨੂੰ। ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਅੱਜ ਤੇ ਕੱਲ੍ਹ ਨੂੰ ਛੱਡ ਸਕਦੇ ਹੋ, ਐਜ਼ ਲੌਂਗ ਐਜ਼ ਅਨਫ ਪੀਪਲ ਜੇਕਰ ਪਾਰਟਿਸਿਪੇਟ ਕਰ ਰਹੇ ਨੇ ਇਹਦੇ ਵਿੱਚ, ਉਹ ਮਾਰ ਨਹੀਂ ਸਕਦੀ ਤੇ ਉਹ ਕਿਸੇ ਦੇ ਇਕੱਲੇ ਬੰਦੇ ਦੇ ਹੱਥ 'ਚ ਵੀ ਨਹੀਂ ਆ ਸਕਦੀ ਜਦੋਂ ਇੰਨੇ ਜਾਣੇ ਸਪੋਰਟ ਕਰਦੇ ਨੇ। ਸੋ ਇਹ ਹੈਡਲੈਸ ਆ।
ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਸਾਰੇ ਬੰਦਿਆਂ ਦੇ ਮਨ 'ਚ ਖਦਸ਼ਾ ਹੁੰਦਾ ਹੈ, ਕਿਉਂਕਿ ਇਹ ਬਹੁਤ ਨੋਮੀਨਲ ਅਮਾਉਂਟ ਨਾਲ ਸ਼ੁਰੂ ਦੇ ਵਿੱਚ ਇਸ ਨੂੰ ਖਰੀਦਿਆ ਜਾਂਦਾ ਸੀ ਤੇ ਹੁਣ ਵੱਧਦੇ ਇਹ ਬਹੁਤ ਉੱਪਰ ਤੱਕ ਚਲੀ ਗਈ। ਤੇ ਅੱਜ ਕੱਲ ਜਿੱਦਾਂ ਸ਼ੇਅਰ ਮਾਰਕੀਟ ਜਾਂ ਬਾਕੀ ਕਰੰਸੀਜ਼ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਨਲਾਈਨ ਜਾਂ ਨਿਊਜ਼ਪੇਪਰ ਜਾਂ ਕਿਸੇ ਵੀ ਉਹ ਮੀਡੀਆ ਰਾਹੀਂ ਜਿਹੜਾ ਕਰੰਸੀ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ, ਉਹਦੇ ਵਿੱਚ ਬਿਟਕੋਇਨ ਬਾਰੇ ਵੀ ਜਾਣਕਾਰੀ ਦਰਜ ਹੁੰਦੀ ਹੈ। ਆਪਾਂ ਇਸ ਦੇ ਵਿੱਚ ਜੇ ਕੱਲ ਨੂੰ ਕੋਈ ਇਸ ਨੂੰ ਰੋਂਗ ਵੇ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਜਾਂ ਕੋਈ ਫਰਾਡੂਲੈਂਟ ਕਿਸਮ ਦੀ ਗੱਲ ਹੁੰਦੀ ਹੈ ਤਾਂ ਉਹਦੇ ਲਈ ਕਿਹੜੀ ਗਵਰਨਮੈਂਟ ਆਰਗੇਨਾਈਜੇਸ਼ਨ ਜਿਹੜੇ ਆਦਮੀ ਨੇ ਇਨਵੈਸਟਮੈਂਟ ਕੀਤੀ ਹੈ ਉਹਦੇ ਲਈ ਸਿਕਿਉਰਿਟੀ ਪ੍ਰੋਵਾਈਡ ਕਰੂਗੀ? ਇਸ ਵਕਤ ਤੇ ਕੋਈ ਸਿਕਿਉਰਿਟੀ ਨਹੀਂ ਹੈ ਇਹਦੇ ਵਿੱਚ। ਇਹ ਬਿਲਕੁਲ ਇੱਕ ਲੌਲੈਸ ਕਾਈਂਡ ਆਫ এনवायरमेंट ਹੈ, ਕੋਈ ਰੈਗੂਲੇਸ਼ਨ ਨਹੀਂ ਹੈਗੀ। ਇਸ ਕਰਕੇ ਆਮ ਤੌਰ ਤੇ ਮੇਰੀ ਐਡਵਾਈਸ ਇਹ ਹੁੰਦੀ ਆ ਕਿ ਪਲੀਜ਼ ਆਪਣੀ ਰਿਸਰਚ ਕਰੋ। ਇੱਕ ਹਾਰਡਵੇਅਰ ਵਾਲਟ ਚੀਜ਼ ਹੁੰਦੀ ਹੈ ਜਿੱਥੇ ਤੁਸੀਂ ਆਪਣੀ ਕਰੰਸੀ ਸੇਫ ਰੱਖ ਸਕਦੇ ਹੋ, ਉਹ ਖਰੀਦ ਲਓ ਤੇ ਕੋਈ ਹੈ ਜੀ ਤੇ ਉਹ ਚੀਜ਼ ਨਾ ਖਰੀਦੋ ਜਿਹੜੀ ਥੋੜੀ ਸਮਝ ਨਹੀਂ ਹੈ ਕੋਈ। ਸੋ ਉਹ ਚੀਜ਼ ਆਪਾਂ ਨੂੰ ਧਿਆਨ ਚ ਰੱਖਣੀ ਪੈਣੀ ਆ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਸਕੈਮ ਹੁੰਦੇ ਨੇ। ਇੱਕ ਦੌਰ ਇਹੋ ਜਿਹਾ ਚੱਲਿਆ ਸੀਗਾ ਕਿ ਜਦ ਸਕੈਮ ਕਾਲ ਸੈਂਟਰ ਕਿਸੇ ਤੋਂ ਗਿਫਟ ਕਾਰਡ ਖਰੀਦ ਕੇ ਉਹ ਭਜਵਾਉਂਦੇ ਸੀਗੇ। ਅੱਜ ਕੱਲ ਉਹ ਬਿਟਕੋਇਨ ਦੇ ਰੂਪ ਦੇ ਵਿੱਚ ਆ ਜਾਂਦਾ ਚੀਜ਼, ਤੇ ਉਹਦੇ ਵਾਸਤੇ ਤਾਂ ਸਕੈਮ ਨੂੰ ਡੀਲ ਕਰਨ ਵਾਸਤੇ ਤਾਂ ਪੁਲਿਸ ਹੀ ਆ। ਹੁਣ ਇਹ ਹੈ ਕਿ ਇਹਨਾਂ ਲਈ ਉਹ ਨਵਾਂ ਹਥਿਆਰ ਬਣ ਗਿਆ ਇਹ ਚੀਜ਼ ਨੂੰ, ਜਿੱਦਾਂ ਇੰਟਰਨੈਟ ਇੱਕ ਨਵਾਂ ਹਥਿਆਰ ਸੀ ਸਕੈਮ ਕਰਨ ਵਾਸਤੇ ਜਾਂ ਠੱਗੀ ਮਾਰਨ ਵਾਸਤੇ, ਇਦਾਂ ਹੀ ਇੱਕ ਨਵਾਂ ਸਾਧਨ ਆ ਉਹਨਾਂ ਲਈ ਕੰਮ ਕਰਨ ਵਾਸਤੇ। ਹਾਲਾਂਕਿ ਚਲੋ ਇਹਦੇ ਇੱਕ ਪੋਜ਼ਿਟਿਵ ਵੀ ਬਹੁਤ ਪੱਖ ਨੇ ਜਿਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਹੁਣ ਬਿਟਕੋਇਨ ਦੀ ਮੇਜਰਮੈਂਟ ਜਿਹੜੀ ਆਪਾਂ ਉਹ ਕਹਿ ਦਈਏ ਉਹਦੀ ਪਰਚੇਜ਼ਿੰਗ ਪਾਵਰ ਕਿਸੇ ਵੀ ਕਰੰਸੀ ਦੀ ਉਹਦੀ ਮੇਜਰਮੈਂਟ ਹੁੰਦੀ ਹੈ। ਫਾਰ ਐਗਜ਼ਾਮਪਲ ਇੰਡੀਅਨ ਰੂਪੀ ਦੇ ਅੱਜ 62 ਜਾਂ 64 ਕੈਨੇਡੀਅਨ ਡਾਲਰ ਹੈ। ਇਸੇ ਤਰੀਕੇ ਨਾਲ ਆਸਟ੍ਰੇਲੀਅਨ, ਇੰਗਲੈਂਡ ਦਾ ਜਿਹੜਾ ਪਾਉਂਡ ਜਾਂ ਅਮਰੀਕਨ ਡਾਲਰ, ਉਹਨਾਂ ਦੀ ਇੱਕ ਵੈਲੂਏਸ਼ਨ ਹੈ। ਹਾਂਜੀ, ਜਿਹੜਾ ਬਿਟਕੋਇਨ ਹੈ ਇਹਨੂੰ ਇੰਟਰਨੈਸ਼ਨਲੀ ਡਿਫਰੈਂਟ ਕਰੰਸੀਜ਼ ਦੇ ਵਿੱਚ ਇਕੁਅਲਾਈਜ਼ ਕਰਨ ਲਈ, ਬੈਲੈਂਸ ਕਰਨ ਲਈ ਇਸ ਨੂੰ ਕਿਵੇਂ ਮੋਨੀਟਰ ਕੀਤਾ ਜਾਂਦਾ? ਇਹਦੀ ਇੱਕ ਮਾਰਕੀਟ ਆ, ਰਾਈਟ, ਕਿ ਇਹਦੀ ਮਾਰਕੀਟ ਆ। ਅੱਜ ਬਿਟਕੋਇਨ $30,000 ਤੇ ਆ US ਡਾਲਰ ਦੇ ਵਿੱਚ, ਕਿਸੇ ਵੇਲੇ 60,000 ਤੇ ਸੀ, ਕਿਸੇ ਵੇਲੇ ਬੇਸਿਕਲੀ ਇਹਦੀ ਮੈਜ਼ਰਮੈਂਟ ਕਰਨ ਨੂੰ ਮਾਰਕੀਟ ਹੀ ਕਾਫੀ ਹੁੰਦਾ। ਹਰੇਕ ਸਟਾਕ ਮਾਰਕੀਟ ਦੇ ਵਿੱਚ, ਬੌਂਡ ਮਾਰਕੀਟ ਦੇ ਵਿੱਚ ਪ੍ਰਾਈਸ ਉਹੀ ਹੁੰਦੀ ਹੈ ਜਿਸ ਪ੍ਰਾਈਸ ਤੇ ਪਿਛਲੀ ਵਾਰੀ ਕਿਸਨੇ ਉਹ ਖਰੀਦੀ ਸੀ ਚੀਜ਼, ਉਹ ਅੱਜ ਦੀ ਪ੍ਰਾਈਸ ਆ। ਸੋ ਉਹੀ ਆਪਣੇ ਆਪ ਮੈਜ਼ਰਮੈਂਟ ਹੁੰਦੀ ਹੈ। ਕੀ ਜੋ ਜਿਹੜੀਆਂ ਡਿਫਰੈਂਟ ਸਟਾਕ ਐਕਸਚੇਂਜ ਹੈ, ਜਿੱਦਾਂ ਸਾਡੇ BSE, NSE ਜਿਹਨੂੰ ਬੰਬੇ ਸਟਾਕ ਐਕਸਚੇਂਜ ਨਾਲ ਰਿਲੇਟਡ ਕਹਿ ਦਿੰਦੇ ਆ, ਜਾਂ ਲੰਡਨ ਸਟਾਕ ਐਕਸਚੇਂਜ, ਜਾਂ ਹਰ ਕੰਟਰੀ ਦੀ ਆਪਣੀ ਸਟਾਕ ਐਕਸਚੇਂਜ ਹੁੰਦੀ ਹੈ, ਉੱਥੇ ਜਿਹੜਾ ਬਿਟਕੋਇਨ ਹੈ ਇਸ ਨੂੰ ਬਕਾਇਦਾ ਰੂਪ ਦੇ ਵਿੱਚ ਕਰੰਸੀ ਦੇ ਤੌਰ ਤੇ ਲਿਸਟ ਕੀਤਾ ਜਾਂਦਾ ਹੈ? ਨੋ, ਫਿਲਹਾਲ ਨਹੀਂ ਲਿਸਟ ਕੀਤਾ ਜਾਂਦਾ, ਕਿਉਂਕਿ ਜਿਹੜੀ ਕਰੰਸੀਆਂ ਮਾਰਕੀਟ ਨੇ ਉਹ ਗਵਰਨਮੈਂਟ ਰੈਕਗਨਾਈਜ਼ਡ ਕਰੰਸੀਜ਼ ਦੀ ਮਾਰਕੀਟ ਆ। ਇਹ ਕੋਈ ਰੈਕਗਨਾਈਜ਼ਡ ਕਰੰਸੀ ਨਹੀਂ ਹੈਗੀ। ਇਹ ਤਾਂ ਕਰੰਸੀ ਹੈ ਕਿਉਂਕਿ ਲੋਕੀ ਇਹਦੇ ਵਿੱਚ ਵਿਸ਼ਵਾਸ ਕਰਦੇ ਨੇ ਤੇ ਲੋਕੀ ਇਹਦੀ ਉਹਨਾਂ ਦੀ ਨਜ਼ਰੀਏ ਦੇ ਵਿੱਚ, ਮੇਰੇ ਨਜ਼ਰੀਏ ਦੇ ਵਿੱਚ ਇਹਦੀ ਇੱਕ ਵੈਲਿਊ ਆ ਤੇ ਉਸ ਵੈਲਿਊ ਤੇ ਵਿਸ਼ਵਾਸ ਕਰਦੇ ਅਸੀਂ ਖਰੀਦੀ ਆ, ਅਸੀਂ ਹੋਲਡ ਕੀਤੀ ਹੋਈ ਹੈ ਉਹ ਚੀਜ਼, ਤੇ ਹੋਰ ਲੋਕਾਂ ਦੀ ਵੀ ਇਹੀ ਚੀਜ਼ ਆ। ਸੋ ਉਹ ਅਨਰੈਗੂਲੇਟਡ ਕਰੰਸੀ ਆ, ਪਰ ਇਹਦੇ ਵਾਸਤੇ ਤੁਸੀਂ ਕ੍ਰਿਪਟੋ ਕਰੰਸੀ ਐਕਸਚੇਂਜ ਤੇ ਜਾ ਕੇ ਇਹਨੂੰ ਲੈ ਸਕਦੇ ਹੋ। ਇੱਕ ਚੀਜ਼ ਹੋਰ ਹੋਈ ਆ, ਬਲੈਕ ਰੌਕ ਤੇ ਹੋਰ ਕੰਪਨੀਆਂ ਨੇ। ਬਲੈਕ ਰੌਕ ਦੁਨੀਆ ਦੀ ਸਭ ਤੋਂ ਲਾਰਜੈਸਟ ਹੈਜ ਫੰਡ ਆ, ਉਹ ਸਟਾਕ ਟ੍ਰੇਡ ਕਰਦੀਆਂ ਨੇ, ਹੋਲਡ ਕਰਦੀਆਂ ਨੇ। ਉਹਨਾਂ ਨੇ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ US ਨੂੰ ਇੱਕ ਪ੍ਰਪੋਜ਼ਲ ਪਾਈ ਹੋਈ ਆ ਕਿ ਉਹ ਇਸ ਦਾ ਸਟਾਕ ਬਣਾਉਣਾ ਚਾਹੁੰਦੇ ਨੇ। ਸੋ ਬੇਸਿਕਲੀ ਉਹ ਕੀ ਕਰਨਗੇ, ਉਹ ਆਪਣੇ ਕਲਾਇੰਟਸ ਨੂੰ ਇੱਕ ਬਿਟਕੋਇਨ ਇਨਵੈਸਟਮੈਂਟ ਫੰਡ ਦੇ ਵਿੱਚ ਹਿੱਸਾ ਦੇਣ ਲਈ ਉਹ ਖਰੀਦਣ ਦੀ ਆਪਸ਼ਨ ਦੇਣਗੇ, ਤੇ ਜਿੰਨੀ ਕੁ ਉਹਨਾਂ ਦੇ ਕਲਾਇੰਟ ਦੇ ਪੈਸੇ ਦਿੱਤਾ ਉਹਨਾਂ ਨੇ ਜਾ ਕੇ ਬਿਟਕੋਇਨ ਖਰੀਦ ਲੈਣੀ ਆ। ਸੋ ਐਜ਼ ਅ ਪ੍ਰੋਕਸੀ ਉਹ ਕੰਮ ਕਰ ਰਹੇ ਨੇ, ਜਿਹੜਾ ਤੁਸੀਂ ਤਰੀਕਾ ਕਿਹਾ ਸੀ ਸਟਾਕ ਐਕਸਚੇਂਜ ਦੇ ਵਿੱਚ ਉਹਨੂੰ ਲੈ ਕੇ ਆਉਣ ਵਾਸਤੇ। ਜੋ ਜਿਹੜਾ ਇੱਕ ਹੁੰਦਾ ਹੈ ਕਿ ਤੁਹਾਡੀ ਕਰੰਸੀ ਦੀ ਰੀਅਲ ਵੈਲਿਊ ਹੈ, ਤੁਸੀਂ ਇਮੀਡੀਏਟਲੀ ਆਪਣੀ ਕਰੰਸੀ ਦੀ ਐਕਸਚੇਂਜ ਲੈਣਾ ਚਾਹੁੰਦੇ ਹੋ, ਮੈਂ ਇੱਥੇ 5,000, 10,000, 50,000 ਕੈਨੇਡੀਅਨ ਡਾਲਰ ਲੈਣਾ ਚਾਹੁੰਦਾ ਹੈ, ਤਾਂ ਮੈਨੂੰ ਉਹ ਇਮੀਡੀਏਟਲੀ ਬੈਂਕ ਚੋਂ ਮਿਲ ਜਾਂਦੇ ਆ। ਕੀ ਇਹ ਪੋਸੀਬਲ ਹੈ ਕਿ ਮੇਰੇ ਕੋਲੇ ਬਿਟਕੋਇਨ ਹੋਣ ਜਿਹਦੀ ਤੁਸੀਂ ਦੱਸਿਆ ਕਿ ਅੱਜ ਦੀ ਡੇਟ 'ਚ $30,000 US ਡਾਲਰ ਦੇ ਇਕੁਅਲ ਵਰਥ ਹੈ? ਜੇ ਮੈਂ TD ਬੈਂਕ ਜਾਂ ਕਿਸੇ ਹੋਰ ਬੈਂਕ ਦੇ ਵਿੱਚ ਜਾ ਕੇ ਕਹਾਂ ਕਿ ਆਹ ਲਓ ਮੇਰੇ ਕੋਲੇ ਬਿਟਕੋਇਨ ਹੈ ਤੇ ਤੁਸੀਂ ਮੈਨੂੰ ਇਹਦੀ ਪੇਮੈਂਟ ਦਿਓ, ਜਿਹੜੀ ਆਪਣੀ ਉਸ ਨੇਸ਼ਨ ਦੀ ਕਰੰਸੀ ਹੈ ਕੈਨੇਡੀਅਨ ਡਾਲਰ ਦਿਓ, ਇਜ਼ ਇਟ ਪੋਸੀਬਲ? ਕੁਝ ਬੈਂਕਾਂ ਦੇ ਰਹੀਆਂ ਨੇ ਇਸ ਵਕਤ, ਜਿੱਦਾਂ ਇੱਕ ਇੱਥੇ ਬੈਂਕ ਆ ਵੈਲਥ ਸਿੰਪਲ, ਉਹ ਆਨਲਾਈਨ ਬੈਂਕ ਹੈ, ਉਹਨਾਂ ਦੇ ਫਿਜ਼ੀਕਲ ਬ੍ਰਾਂਚ ਨਹੀਂ ਹੈ ਕੋਈ, ਉਹ ਆਫਰ ਕਰਦੇ ਨੇ, ਉਹ ਆਪ ਵੀ ਆਫਰ ਕਰਦੇ ਨੇ ਕਿ ਉਹਨਾਂ ਦੇ ਰਾਹੀਂ ਤੁਸੀਂ ਕ੍ਰਿਪਟੋ ਕਰੰਸੀ ਖਰੀਦ ਵੀ ਸਕਦੇ ਹੋ ਤੇ ਉਹ ਫਿਰ ਤੁਹਾਤੋਂ ਲੈ ਕੇ ਤੁਹਾਨੂੰ ਪੈਸੇ ਵੀ ਦੇ ਦੇਣਗੇ। ਸੋ ਬਾਕੀ ਕ੍ਰਿਪਟੋ ਕਰੰਸੀ ਐਕਸਚੇਂਜਾਂ ਹੈਗੀਆਂ ਨੇ ਜਿਹੜਾ ਸੇਮ ਫੰਕਸ਼ਨ ਕਰ ਦੇਣਗੀਆਂ, ਪਰ ਜਿਹੜੀਆਂ ਆਪਣੀ ਕਹਿੰਦੇ ਕੈਨੇਡਾ ਜਿਹੜੀਆਂ 4 ਲਾਰਜ ਬੈਂਕਾਂ ਨੇ, ਉਹਨਾਂ ਨੇ ਹਾਲੇ ਤੱਕ ਨਹੀਂ ਕੋਈ ਇਹੋ ਜਿਹਾ ਪ੍ਰੋਗਰਾਮ ਦਿੱਤਾ ਹੋਇਆ ਕਿ ਜਿਹੜਾ ਅਸੀਂ ਕਹਿ ਸਕੀਏ ਕਿ ਸਾਡੇ ਕੋਲ ਇੰਨੀ ਚੀਜ਼ ਆ, ਐਸੈਟ, ਤੁਸੀਂ ਇਹਨੂੰ ਲੈ ਕੇ
ਸਾਨੂੰ ਕੈਸ਼ ਦੇ ਦਿਓ। ਹਾਲਾਂਕਿ ਹੋਰ ਵੀ ਜਿੱਦਾਂ ਸਟਾਕ ਮਾਰਕੀਟ ਸਟਾਕ ਹੁੰਦੇ ਨੇ, ਬੌਂਡ ਹੁੰਦੇ ਨੇ, ਉਹ ਖਰੀਦ ਲੈਣਗੇ, ਪਰ ਹਾਲੇ ਕ੍ਰਿਪਟੋ ਕਰੰਸੀ ਵਾਸਤੇ ਨਹੀਂ ਚੱਲਿਆ। ਪਰ ਉਹਨਾਂ ਕੋਲ ਇੱਕ ਵਧੀਆ ਰੀਜ਼ਨ ਇਹ ਵੀ ਹੈ ਕਿ ਉਹਨਾਂ ਲਈ ਰੈਗੂਲੇਸ਼ਨ ਦੇ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਉਹਨਾਂ ਦੇ ਉੱਤੇ ਜ਼ਿਆਦਾ ਸਖਤੀ ਆ, ਤਾਂ ਉਸ ਵਕਤ ਲੈ ਨਹੀਂ ਸਕਦੇ। ਜਿਹੜਾ ਸਾਡੇ ਕੋਲ ਜੋ ਡਾਲਰ ਹੈ, ਪਾਉਂਡ ਹੈ ਜਾਂ ਰੂਪੀ ਹੈ, ਇਹਦੇ ਲਈ ਸਾਡੇ ਕੋਲ ਇੱਕ ਹਾਰਡ ਮਨੀ ਵੀ ਹੁੰਦਾ ਕਿ 100 ਦਾ, 50 ਦਾ, 200 ਦਾ ਨੋਟ ਹੈ, ਜਾਂ ਸਾਡੇ ਕੋਲ FDR ਹੁੰਦੀਆਂ, ਟਰੈਵਲ ਚੈੱਕ ਹੁੰਦੇ, ਉਹਦਾ ਇੱਕ ਔਨ ਪੇਪਰ ਡਾਕੂਮੈਂਟ ਹੁੰਦਾ ਹੈ। ਕੀ ਕ੍ਰਿਪਟੋ ਕਰੰਸੀ ਦਾ ਵੀ ਇਦਾਂ ਦਾ ਕੋਈ ਡਾਕੂਮੈਂਟ ਹੁੰਦਾ ਹੈ ਜਾਂ ਇਹ ਤੁਹਾਡੀ ਡਿਜੀਟਲ ਵੈਲਟ ਦੇ ਵਿੱਚ ਹੀ ਹੁੰਦੀ ਹੈ? ਤੁਹਾਡੀ ਡਿਜੀਟਲ ਵਾਲਟ ਦੇ ਵਿੱਚ ਹੁੰਦੀ ਆ, ਪਰ ਜਿਹੜਾ ਲੈਜਰ ਹੁੰਦਾ ਆ, ਜਿਹੜਾ ਆਪਾਂ ਕਹਿੰਦੇ ਡੇਟਾਬੇਸ ਡਾਟਾ ਕੇ ਰੱਖਦਾ ਵਾ ਕਿ ਫਲਾਣੇ ਸਿੰਘ ਕੋਲ ਇੰਨਾ ਪੈਸਾ ਵਾ, ਉਹ ਡੇਟਾਬੇਸ ਨੂੰ ਮੈਨੀਪੂਲੇਟ ਨਹੀਂ ਕਰ ਸਕਦੇ ਤੁਸੀਂ। ਸੋ ਉਹਦੀ ਕਾਪੀਆਂ, ਅਣਗਿਣਤ ਕਾਪੀਆਂ ਪਈਆਂ ਨੇ ਉਹਦੇ ਵਿੱਚ। ਜੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਅੱਜ 3 ਬਿਟਕੋਇਨ ਹੈ, ਹਰ ਕਾਪੀ ਦੇ ਵਿੱਚ ਇਹ ਲਿਖਿਆ ਹੋਊਗਾ ਕਿ ਸਤਨਾਮ ਸਿੰਘ ਸੰਧੂ ਕੋਲ 3 ਬਿਟਕੋਇਨ ਨੇ, ਤਾਂ ਹੇਰਾ ਫੇਰੀ ਕਰਨੀ ਇੰਪੋਸੀਬਲ ਆ ਉੱਥੇ, ਕਿਉਂਕਿ ਤੁਹਾਨੂੰ ਸਾਰਿਆਂ ਦੇ ਵਿੱਚ ਚੇਂਜ ਲੈ ਕੇ ਆਉਣੀ ਪੈਣੀ ਹੈ ਤੇ ਸਾਰੇ ਤੁਸੀਂ ਚੇਂਜ ਕਰ ਨਹੀਂ ਸਕਦੇ। ਉਹ ਬੇਸਿਕਲੀ ਇਹ ਹੈ ਕਿ ਜੇ ਤੁਸੀਂ ਘੱਟ ਤੋਂ ਘੱਟ 51% ਕੰਟਰੋਲ ਕਰਦੇ ਹੋ ਉਸ ਪੂਰੇ ਨੈਟਵਰਕ ਨੂੰ, ਜੋ ਬਹੁਤ ਔਖਾ ਵਾ ਕਰਨਾ, ਤਾਂ ਤੁਸੀਂ ਬਦਲ ਸਕਦੇ ਹੋ, ਨਹੀਂ ਤੁਸੀਂ ਨਹੀਂ ਬਦਲ ਸਕਦੇ। ਸੋ ਉਹਦੇ ਵਿੱਚ ਇਹ ਹੈ ਕਿ ਉਹਦੀ ਸਿਕਿਉਰਿਟੀ ਗਵਰਨਮੈਂਟ ਬੈਕਡ ਨਹੀਂ ਹੈਗੀ, ਉਹ ਨੇਟਲੀ ਬਿਲਟ ਇਨ ਆ ਟੈਕਨੋਲੋਜੀ ਦੇ ਵਿੱਚ ਕਿ ਜਿਹੜਾ ਉਹਨੂੰ ਪਾਰਟਿਸਿਪੇਟ ਕਰ ਰਿਹਾ ਉਹਦੀ ਸਿਕਿਉਰਿਟੀ ਹੋਊਗੀ। ਤੇ ਉਹ ਇਸ ਤਰੀਕੇ ਨਾਲ ਮੈਂ ਕਹੂੰਗਾ ਕਿ ਉਹ ਜ਼ਿਆਦਾ ਹਾਰਡ ਮਨੀ ਆ ਗਵਰਨਮੈਂਟ ਇਸ਼ੂਡ ਨਾਲ। ਜੇ ਤੁਸੀਂ ਕਿਹਾ ਸੀ ਕਿ 50 ਜਾਂ 100 200 ਦਾ ਨੋਟ, ਇਹ ਵੀ ਇੱਕ ਹਾਰਡ ਮਨੀ ਨਹੀਂ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਜਾ ਕੇ ਤੁਸੀਂ ਇਹਦੇ ਵਿੱਚ ਜਾ ਕੇ ਬੈਂਕ ਦੇ ਵਿੱਚ ਸੋਨਾ ਲੈ ਸਕਦੇ ਸੀਗੇ, ਉਹ ਤੁਹਾਡੀ ਹਾਰਡੈਸਟ ਮਨੀ ਸੀਗੀ ਆਮ ਤੌਰ ਤੇ। ਵਿੱਚ ਹਿਸਟੋਰਿਕਲੀ ਸੋਨਾ ਸਭ ਤੋਂ ਹਾਰਡੈਸਟ ਮਨੀ ਰਹੀ ਆ, ਤੇ ਉਹ ਕੋਈ ਗਵਰਨਮੈਂਟ ਬੈਕਡ ਨਹੀਂ ਸੀਗੀ। ਤਾਂ ਆਪਣੇ ਕੋਲ ਪਿਛਲੇ 200 ਸਾਲਾਂ ਦਾ ਇਹ ਟ੍ਰੈਂਡ ਬਣਿਆ ਸੀ ਕਿ ਆਪਾਂ ਸੋਨਾ ਚੱਕ ਕੇ ਬੈਂਕਾਂ 'ਚ ਡਿਪੋਜ਼ਿਟ ਕਰ ਸਕਦੇ ਸੀ, ਕਿ ਬੈਂਕ ਆਪਾਂ ਨੂੰ ਨੋਟ ਦਿੰਦਾ ਸੀਗਾ, ਜਿਹੜਾ ਲੈਂਦਾ ਸੀਗਾ ਕਿ ਤੁਹਾਡੇ ਕੋਲ ਉਹਦੀ ਡਿਨੋਮੀਨੇਸ਼ਨ ਫਿਕਸ ਕਰ ਦਿੰਦੇ ਸੀ। ਤਾਂ ਇਦਾਂ ਹੀ ਮਾਡਰਨ ਟਾਈਮ ਦੀ ਹੁਣ ਕਰੰਸੀ ਆਈ ਆ, ਪਰ ਉਹਦੇ ਵਿੱਚ ਐ ਹੋ ਗਿਆ ਕਿ ਹੁਣ ਕਰੰਸੀ ਸਿਰਫ ਗਵਰਨਮੈਂਟ ਦੇ ਭਰੋਸੇ ਤੇ ਬੈਠੇ ਆ, ਤੇ ਗਵਰਨਮੈਂਟ ਦਾ ਭਰੋਸਾ ਜਿਹੜਾ ਹਰੇਕ ਵਾਰੀ ਕਰ ਲਵੇ ਉਹਨੂੰ ਤਾਂ ਆਪਾਂ ਜ਼ਿਆਦਾ ਸਿਆਣਾ ਨਹੀਂ ਸਮਝਾਂਗੇ, ਜਿਹੜਾ ਹਰੇਕ ਵਾਰੀ ਗਵਰਨਮੈਂਟ ਤੇ ਭਰੋਸਾ ਕਰ ਲੈਂਦਾ। ਤੇ ਜਦ ਤੁਹਾਡੇ ਕੋਲ ਉਹ ਪੂਰੀ ਮੋਨੋਪੋਲੀ ਆ ਜਾਂਦੀ ਹੈ ਕਰੰਸੀ ਦੀ, ਤਾਂ ਇੱਕ ਟੈਂਪਟੇਸ਼ਨ ਹੁੰਦੀ ਹੈ ਕਿ ਤੁਸੀਂ ਕਰੰਸੀ ਜ਼ਿਆਦਾ ਛਾਪਦੇ ਹੋ, ਤੇ ਫਿਰ ਉਹਦੇ ਨਾਲ ਇਨਫਲੇਸ਼ਨ ਵੱਧਦੀ ਆ, ਮਹਿੰਗਾਈ ਵੱਧਦੀ ਆ। ਪਰ ਉਹ ਪੋਲੀਟੀਸ਼ੀਅਨਸ ਵਾਸਤੇ ਕੁਆਇਟ ਇਫੈਕਟਿਵ ਆ, ਕਿਉਂਕਿ ਉਹ ਆਪਣੀ ਜਿਹੜੇ ਪ੍ਰੋਗਰਾਮ ਨੇ ਉਹਨੂੰ ਫਾਈਨੈਂਸ ਕਰ ਸਕਦੇ ਨੇ ਬਸ ਕਰੰਸੀ ਛਾਪ ਕੇ। ਇਹਦੇ ਵਿੱਚ ਉਹ ਚੀਜ਼ ਨਹੀਂ ਹੈ। ਤੁਸੀਂ ਜਿੰਨੀ ਕੁ ਸਪਲਾਈ ਆ ਉਹ ਫਿਕਸਡ ਆ, ਉਹਨੂੰ ਤੁਸੀਂ ਤੋੜ ਮਰੋੜ ਨਹੀਂ ਸਕਦੇ, ਵਧਾ ਘਟਾ ਨਹੀਂ ਸਕਦੇ। ਇਹਦਾ ਮਤਲਬ ਇਹ ਹੋਇਆ ਜੋ ਕਿ ਜਿਹੜੀ ਬਿਟਕੋਇਨ ਹੈ ਸਾਡਾ, ਉਸ ਦਾ ਇੱਕ ਆਪਾਂ ਪੋਰਟਫੋਲੀਓ ਬਣਾ ਕੇ ਉਹਨੂੰ ਗਲੋਬਲ ਲੈਵਲ ਤੇ ਫਿਕਸ ਕਰ ਲਿਆ ਕਿ ਟੋਟਲ ਕਰੰਸੀ ਇੰਨੀ ਹੈ, ਉਹਦੀ ਡਿਮਾਂਡ ਐਂਡ ਸਪਲਾਈ ਨਾਲ ਉਹਦਾ ਰੇਟ ਹੈ ਜਿਹੜਾ ਮਾਰਕੀਟ ਦੇ ਵਿੱਚ ਉਹ ਇਨਕਰੀਜ਼ ਔਰ ਡਿਕਰੀਜ਼ ਹੁੰਦਾ ਹੈ। ਹਾਂਜੀ, ਇਸ ਸਾਰੇ ਕੁਝ ਨੂੰ ਮੈਨੇਜ ਕਰਨ ਵਾਸਤੇ ਕਿ ਅਸੀਂ ਇਸ ਦਾ ਵੋਲਿਊਮ ਔਰ ਇਸ ਦੀ ਜਿਹੜੀ ਰੀਅਲ ਵੈਲਿਊ ਹੈ ਪਰ ਡੇ ਮਾਰਕੀਟ ਦੇ ਹਿਸਾਬ ਨਾਲ ਇਸ ਤਰੀਕੇ ਨਾਲ ਮੋਨੀਟਰ ਕਰਨੀ ਹੈ, ਉਹ ਕੋਈ ਬੋਰਡ ਆਰਗੇਨਾਈਜੇਸ਼ਨ ਆਨਲਾਈਨ ਬਾਡੀ ਕਿਹੜੀ ਹੈ ਜਿਹੜੀ ਇਹਦੇ ਚੈੱਕ ਐਂਡ ਬੈਲੈਂਸ ਕਰਦੀ? ਮੈਂ ਕਹੂੰਗਾ ਕਿ ਇਹਦੀ ਕੋਈ ਇਨ ਦ ਸੈਂਸ ਉਹ ਚੈਕਸ ਐਂਡ ਬੈਲੈਂਸ ਸਟਾਰਟ ਦੇ ਵਿੱਚ ਸੀਗੇ। ਸੋ ਮੈਕਸਿਮਮ ਸਪਲਾਈ ਇਹਦਾ ਹਮੇਸ਼ਾ ਹੋਊਗਾ 21 ਮਿਲੀਅਨ ਬਿਟਕੋਇਨ। 21 ਮਿਲੀਅਨ ਬਿਟਕੋਇਨ ਤੋਂ ਬਾਅਦ ਬੰਦ ਆ, ਕੋਈ ਹੋਰ ਸਪਲਾਈ ਨਹੀਂ ਹੈਗੀ। ਸੋ ਮਾਰਕੀਟ ਜੋ ਰੇਟ ਦੇ ਰਹੀ ਆ ਉਹ ਰੇਟ ਆ, ਤੇ ਹੋਰ ਕੋਈ ਆਰਗੇਨਾਈਜੇਸ਼ਨ ਬਸ ਉਹੀ ਨੇ ਮਾਈਨਰਸ ਜਿਹੜੇ ਪਾਰਟਿਸਿਪੇਟ ਕਰਦੇ ਨੇ ਰਿਕਾਰਡ ਰੱਖਣ ਵਾਸਤੇ ਜਾਂ ਹੋਰ ਬਲੌਕਸ ਐਡ ਕਰਨ ਵਾਸਤੇ, ਹੋਰ ਰਿਕਾਰਡ ਪਾਉਣ ਵਾਸਤੇ, ਉਹ ਯੂਜ਼ਰਸ ਨੇ। ਪਰ ਉਹਦੇ ਵਿੱਚ ਇਹ ਹੈ ਕਿ ਕੋਈ ਵੀ ਆ ਸਕਦਾ, ਕੋਈ ਵੀ ਜਾ ਸਕਦਾ, ਕਿਸੇ ਇੱਕ ਬੰਦੇ ਤੇ ਡਿਪੈਂਡ ਨਹੀਂ ਹੈ। ਇਹਨੂੰ ਅਸੀਂ ਇੱਕ ਟਰਸਟਲੈਸ ਸਿਸਟਮ ਕਹਿੰਦੇ ਆ, ਟਰਸਟਲੈਸ ਥਰਡ, ਕਿਉਂਕਿ ਆਮ ਤੌਰ ਦੇ ਵਿੱਚ ਕਿਸੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਮੈਂ ਤੇ ਤੁਸੀਂ ਕੋਈ ਲੈਣ ਦੇਣ ਕਰਨਾ ਵਾ ਤਾਂ ਬੈਂਕ ਵਿਚਾਲੇ ਬੈਠੀ ਆ, ਉਹ ਥਰਡ ਪਾਰਟੀ ਜਿਹੜੀ ਜਿਹਨੇ ਓਵਰ ਰੋਲ ਪਲੇ ਕਰਦੀ ਹੈ, ਉਹ ਹਟਾ ਦੋ। ਕਿਉਂਕਿ ਮੈਂ ਤੇ ਤੁਸੀਂ ਲੈਣ ਦੇਣ ਕਰਨਾ ਵਾ, ਉਹ ਇੱਕ ਪਬਲਿਕ ਰਜਿਸਟਰ ਦੇ ਵਿੱਚ ਜਾ ਰਿਹਾ, ਇੱਥੇ ਆ ਲਿਖਿਆ ਕਿ ਗੁਰਜੋਤ ਸਿੰਘ ਨੇ ਸਤਨਾਮ ਸਿੰਘ ਨੂੰ 1 ਬਿਟਕੋਇਨ ਪੇ ਕੀਤੀ ਆ ਇਸ ਤਰੀਕ ਤੇ ਸਾਰਿਆਂ ਨੂੰ ਮੰਨਣਾ ਪਊਗਾ, ਨਹੀਂ ਤਾਂ ਉਹ ਬਲੌਕ ਐਡ ਨਹੀਂ ਹੋਣੀ। ਤੇ ਜੇ ਸਾਰੇ ਮੰਨ ਲੈਂਦੇ ਨੇ ਫਿਰ ਉਹ ਸਦਾ ਲਈ ਉਹ ਉੱਥੇ ਰਹੂਗੀ, ਤੇ ਉਹ ਸੱਚ ਮੈਨੀਪੂਲੇਟ ਨਹੀਂ ਹੋ ਸਕਦਾ। ਫਿਰ ਸਦਾ ਹੀ ਤੁਹਾਡੇ, ਜੇ ਤੁਸੀਂ ਉਸ ਤੋਂ ਬਾਅਦ ਛੇੜਿਆ ਨਹੀਂ ਹੈਗਾ, ਤੁਹਾਡਾ ਬੈਲੈਂਸ ਇੱਕ ਤੇ ਹੀ ਰਹੂਗਾ, ਇੱਕ ਤੇ ਹੀ ਅਪਡੇਟ ਹੁੰਦਾ। ਜਿਹੜਾ ਬਿਟਕੋਇਨ ਹੈ, ਜੋ ਜਿਸ ਤਰੀਕੇ ਨਾਲ ਮੈਂ 1 ਜਾਂ 10 ਬਿਟਕੋਇਨ ਪਰਚੇਜ਼ ਕੀਤੇ ਹੈ, ਉਸ ਬਿਟਕੋਇਨ ਦੀ ਪਰਚੇਜ਼ ਲਈ ਮੈਨੂੰ ਕਿਸ ਕਿਸਮ ਦੀ ਕਰੰਸੀ ਦੇ ਵਿੱਚ ਜਿਹੜਾ ਸੈਲਰ ਹੈ ਉਸ ਨੂੰ ਪੇਮੈਂਟ ਕਰਨੀ ਪੈਂਦੀ ਹੈ? ਕਿਸੇ ਵੀ ਆਮ ਤੌਰ ਤੇ ਮੋਸਟ ਸੈਲਰ ਜਿਹੜੇ ਨੇਸ਼ਨ ਦੇ ਵਿੱਚ ਬੈਠੇ ਹੋ ਉਹਦੀ ਕਰੰਸੀ ਤੁਸੀਂ ਲੈ ਲੈਂਦੇ ਹੋ। ਵਾਈਡਲੀ ਐਕਸੈਪਟਡ ਤਾਂ US ਡਾਲਰ ਆ ਜਿਹੜੀ ਮਾਰਕੀਟ ਨੂੰ ਆਪਾਂ ਕਹਿੰਦੇ ਆ,
ਪਰ ਆਮ ਤੌਰ ਦੇ ਵਿੱਚ ਜਿਹੜੀਆਂ ਅੱਜ ਕ੍ਰਿਪਟੋ ਕਰੰਸੀ ਐਕਸਚੇਂਜਸ ਨੇ ਜਾਂ ਜਿਹੜੇ ਥੋੜੇ ਬੜੇ ਬੈਂਕ ਆਫਰ ਕਰ ਰਹੇ ਨੇ ਉਹ ਕਾਫੀ ਫਲੈਕਸੀਬਲ ਨੇ, ਉਹ ਕਿਸੇ ਵੀ ਕਰੰਸੀ ਵਿੱਚ ਪੇਮੈਂਟ ਲੈ ਲੈਣਗੇ ਤੁਹਾਡੇ ਇਸ ਦੇ ਵਿੱਚ ਜੋਤ ਕੌਣ ਲੋਕ ਹੈ, ਜਿਸ ਤਰੀਕੇ ਨਾਲ ਅਸੀਂ ਆਮ ਦੇਖਦੇ ਹਾਂ ਕਿ ਜਿਹੜੇ ਨਾਰਮਲ ਟ੍ਰੇਡਰ ਹੈ, ਕੋਈ ਸੈਲਰੀਡ ਕਲਾਸ ਹੈ, ਸਮਾਲ ਬਿਜ਼ਨਸ ਵਾਲੇ ਹੈ, ਉਹ ਜਿਹੜੀਆਂ ਰੈਗੂਲਰ ਕਰੰਸੀਜ਼ ਨੂੰ ਯੂਜ਼ ਕਰਦੇ ਆ, ਉਹਦੇ ਰਾਹੀਂ ਟ੍ਰਾਂਜੈਕਸ਼ਨ ਕਰਦੇ ਆ। ਜਿਹੜੀ ਇਹ ਬਿਟ ਕਰੰਸੀ ਹੈ ਜਾਂ ਬਿਟ ਕੋਇਨ ਜਿਹਨੂੰ ਆਪਾਂ ਕਹਿ ਦਿੰਦੇ ਆ, ਇਸ ਦੇ ਵਿੱਚ ਕੌਣ ਲੋਕ ਹੈ ਜਿਹੜੇ ਮੋਸਟਲੀ ਇਨਵੈਸਟ ਕਰਦੇ ਆ, ਕਿਉਂਕਿ ਲੋਕ ਇਹਦੇ ਬਾਰੇ ਜਾਣਦੇ ਨਹੀਂ। ਇਹ ਇੱਕ ਕਿਸਮ ਦਾ ਹਲੇ ਵੀ ਮਤਲਬ ਬਹੁਤੇ ਲੋਕਾਂ ਲਈ ਇਸ ਕਿਸਮ ਦੀ ਚੀਜ਼ ਹੈ ਜਿਹੜੀ ਮਿਸਟਰੀ ਵਰਗੀ ਹੈ। ਬਿਲਕੁਲ ਬਿਲਕੁਲ ਨਹੀਂ, ਇਹਦੇ ਵਿੱਚ ਤਾਂ ਹੈ। ਤੇ ਸੋ ਆਮ ਤੌਰ ਤੇ ਵਿੱਚ ਜੇ ਕਿਸੇ ਵੀ ਵੱਡੇ ਪੋਰਟਫੋਲੀਓ 'ਚ ਜਾ ਕੇ ਦੇਖਦੇ ਹੋ, ਕਿਸੇ ਵੀ ਵੱਡੇ ਬੈਂਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਇਆ ਵਾ ਕਿ ਅਸੀਂ ਕਦੇ ਕਦੇ ਸੋਨਾ ਰੱਖਦੇ ਆ, ਉਹਨੂੰ ਰਿਸਕ ਨੂੰ ਹੈਜ ਕਰਨ ਵਾਸਤੇ ਜਾਂ ਉਹ ਕਰਨ ਵਾਸਤੇ, ਉਹਦਾ ਕੋਈ ਹੋਰ ਫੰਕਸ਼ਨ ਨਹੀਂ ਹੈ, ਉਹ ਮਾਰਕੀਟ ਨਾਲ ਹੀ ਮੂਵ ਹੁੰਦਾ, ਉਹ ਮਾਰਕੀਟ ਤੋਂ ਇੰਡੀਪੈਂਡੈਂਟਲੀ ਮੂਵ ਹੁੰਦਾ ਵਾ। ਸੋ ਇਹਨੂੰ ਉਹ ਵਰਗ ਇੰਸਟੀਟਿਊਸ਼ਨਲ ਬਾਇਰ ਯੂਜ਼ ਕਰਨਗੇ ਰਿਸਕ ਹੈਜ ਕਰਨ ਵਾਸਤੇ, ਜਿਹਨੂੰ ਆਪਾਂ ਕਹਿੰਦੇ ਆ ਹੋਰ ਸਿਕਿਉਰਿਟੀਆਂ ਦਾ। ਮੈਂ ਕਹਿੰਦਾ ਗਵਰਨਮੈਂਟ ਪ੍ਰਤੀ ਜਿਹੜਾ ਰਿਸਕ ਹੁੰਦਾ ਵਾ, ਜੇ ਸਮਝ ਲਓ ਕਿਸੇ ਕਰੰਸੀ ਦੀ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ ਵਾ, ਅਰਜਨਟੀਨਾ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਉਹ 100% ਤੋਂ ਉੱਤੇ ਚਲੇਗੀ। ਸੋ ਮਤਲਬ ਜੇ ਤੁਹਾਡੇ ਕੋਲ ਅੱਜ $1 ਆ ਤਾਂ ਉਹਦੀ ਪਰਚੇਸਿੰਗ ਪਾਵਰ 50% ਤੇ ਰਹੇਗੀ ਅਰਜਨਟੀਨੀਅਨ ਡਾਲਰਸ ਦੇ ਵਿੱਚ। ਉੱਥੇ ਦੀ ਗਵਰਨਮੈਂਟ ਨੇ ਇਹ ਬੈਨ ਕਰਤਾ ਕਿ ਤੁਸੀਂ ਸਾਡੇ ਪੈਸੇ ਨੂੰ ਲੈ ਕੇ $US ਵਿੱਚ ਕਨਵਰਟ ਨਹੀਂ ਕਰ ਸਕਦੇ, ਕਿਉਂਕਿ ਉੱਥੇ ਦੇ ਲੋਕ ਤਾਂ ਕਰਦੇ ਸੀ ਤਾਂ ਕਿ ਉਹਨਾਂ ਦੀ ਪਰਚੇਸਿੰਗ ਪਾਵਰ ਬਚੀ ਰਹੇ। ਉੱਥੇ ਜਦ ਬੈਨ ਹੋ ਗਏ ਫਿਰ ਲੋਕੀ ਬਿਟਕੋਇਨ ਯੂਜ਼ ਕਰਨ ਲੱਗ ਗਏ। ਆਪਣੀ ਗਵਰਨਮੈਂਟ ਦੇ ਪ੍ਰਤੀ ਉਹ ਜਿਹੜੀ ਫਿਸਕਲ ਪਾਲਿਸੀ ਸੀਗੀ ਉਹਦਾ ਇੱਕ ਰਿਸਕ ਬਚਾਉਣ ਵਾਸਤੇ ਉਹ ਖਰੀਦ ਲੈਂਦੇ। ਸੋ ਬੇਸਿਕਲੀ ਇੱਕ ਇੰਸਟੀਟਿਊਸ਼ਨਲ ਲੈਵਲ ਤੇ ਇਹਦੀ ਐਪਲੀਕੇਸ਼ਨ ਹੈਗੀ ਆ, ਤੇ ਇੱਕ ਥੱਲੇ ਜਿਹੜਾ ਆਪਣਾ ਡੇ ਟੂ ਡੇ ਬੰਦੇ ਦੀ ਵੀ ਲੈਵਲ ਹੈਗੀ ਆ ਐਪਲੀਕੇਸ਼ਨ ਕਰਨ। ਜੋਤ ਇੱਕ ਲਾਸਟ ਸਵਾਲ ਇਹ ਹੈ ਕਿ ਤੁਸੀਂ ਬਿਟ ਕਰੰਸੀ ਜਾਂ ਬਿਟਕੋਇਨ ਦਾ ਕੀ ਫਿਊਚਰ ਦੇਖਦੇ ਹੋ? ਸੋ ਮੈਂ ਕਾਫੀ ਆਪਟੀਮਿਸਟਿਕ ਹਾਂ, ਕਿਉਂਕਿ ਮੈਂ ਇੰਡਸਟਰੀ ਦੇ ਵਿੱਚ ਕੰਮ ਵੀ ਕਰਦਾ ਵਾਂ। ਸੋ ਕਾਫੀ ਲੋਕੀ ਇਹ ਕਹਿੰਦੇ ਨੇ ਕਿ ਇਹਨੇ ਦੁਨੀਆ ਬਦਲ ਦੇਣੀ ਆ, ਇਹਨੇ ਫਲਾਣਾ ਧਮਕਾ ਕਰ ਦੇਣਾ। ਮੈਂ ਇੰਨਾ ਨਹੀਂ ਕਹੂੰਗਾ, ਪਰ ਮੈਂ ਇਹ ਕਹੂੰਗਾ ਕਿ ਇਹ ਫਾਈਨੈਂਸ਼ੀਅਲ ਅੱਜ ਦੇ ਕਰੰਟ ਫਾਈਨੈਂਸ਼ੀਅਲ ਸਿਸਟਮ ਤੋਂ ਆਲਰੇਡੀ ਕਾਫੀ ਅੱਗੇ ਆ। ਜਿੱਦਾਂ ਆਪਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ, ਫੈਡਰਲ ਰਿਜ਼ਰਵ ਬੈਂਕ ਜਿਹੜੀ US ਦੇ ਵਿੱਚ ਬੈਠੀ ਹੈ, ਉਹ ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਪਾਵਰਫੁਲ ਬੈਂਕ ਆ। $US ਸਭ ਤੋਂ ਪਾਵਰਫੁਲ ਕਰੰਸੀ ਆ ਵਰਲਡ ਦੀ। ਉਹਨਾਂ ਨੇ ਇਸ ਮਹੀਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਜਿੱਥੇ ਤੁਸੀਂ ਰੈਗੂਲਰ 9 to 3 ਦੇ ਆਵਰਸ ਦੇ ਬਾਅਦ ਵਿੱਚ ਵੀ ਤੁਸੀਂ ਇੱਕ ਦੂਜੇ ਨੂੰ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਹੁਣ ਇਹ ਇੱਕ ਇਹੋ ਜਿਹੀ ਟੈਕਨੋਲੋਜੀ ਆ ਜਿਹੜੀ ਸਾਡੇ ਕੋਲ 10 ਸਾਲ ਪਹਿਲਾਂ ਆ ਜਾਣੀ ਚਾਹੀਦੀ ਸੀਗੀ। ਜਿਹੜਾ ਆਮ ਤੌਰ ਤੇ ਆਪਾਂ ਬੈਂਕ ਦੇ ਵਿੱਚ ਟ੍ਰਾਂਸਫਰ ਕਰਦੇ ਆ, ਉਹ ਤੁਹਾਨੂੰ ਸਾਹਮਣੇ ਫੋਨ ਤੇ ਦਿਖਾ ਦੇ ਕਿ ਫਲਾਣਾ ਟ੍ਰਾਂਸਫਰ ਹੋ ਗਿਆ, ਪਰ ਟ੍ਰਾਂਸਫਰ ਜਿਹੜਾ ਬੈਂਕ ਦੇ ਡਾਕੂਮੈਂਟਸ ਦੇ ਥਰੂ ਹੋਣਾ ਉਹ 3 ਦਿਨ ਬਾਅਦ ਹੋਣਾ ਵਾ। ਉਹ ਸਿਸਟਮ ਬੜਾ ਬਿਹਾਈਂਡ ਆ ਉਹਨਾਂ ਦਾ। ਉਹਨਾਂ ਨੇ ਇੱਕ ਚਲੋ ਐਪਾਂ ਦੇ ਥਰੂ ਡਿਜੀਟਲੀ ਆਪਾਂ ਨੂੰ ਦਿਖਾ ਦਿੱਤਾ ਕਿ ਇਹ ਹੋ ਰਿਹਾ, ਪਰ ਪਿੱਛੇ ਸਿਸਟਮ ਨਹੀਂ ਵਰਕ ਕਰ ਰਿਹਾ ਜਿੱਦਾਂ ਦਾ ਉਹ ਦਿਖਾ ਰਹੇ ਨੇ। ਸੋ ਇਹ ਇੱਕ ਇਹੋ ਜਿਹੀ ਚੀਜ਼ ਆਫਰ ਕਰਦਾ ਜਿੱਥੇ ਤੁਸੀਂ ਇਨਸਟੈਂਟ ਸੈਟਲਮੈਂਟ ਕਰ ਸਕਦੇ ਹੋ, ਇੱਕ ਦੂਜੇ ਨੂੰ ਟਰਸਟਲੈਸਲੀ ਕਰ ਸਕਦੇ ਹੋ। ਤੇ ਦੂਜੀ ਗੱਲ ਇਹ ਆ ਕਿ ਉਹ ਹੋ ਗਿਆ ਫਾਈਨੈਂਸ਼ੀਅਲ ਐਸਪੈਕਟ। ਦੂਜਾ ਇੱਕ ਕ੍ਰਿਪਟੋ ਕਰੰਸੀ ਦੇ ਵਿੱਚ ਮਾਰਕੀਟ ਇਹ ਆ ਰਹੀ ਹੈ, ਜਿੱਦਾਂ ਕ੍ਰਿਪਟੋ ਕਰੰਸੀ ਬਿਟਕੋਇਨ ਇੱਕ ਡੀਸੈਂਟਰਲਾਈਜ਼ਡ ਡੇਟਾਬੇਸ ਆ, ਲੈਜਰ ਆ, ਉਹਨੂੰ ਬਿਲਕੁਲ ਜਿਹੜਾ ਹੋਰ ਬਹੁਤ ਪਾਰਟੀਆਂ ਉਹਦੇ ਨਾਲ ਇੰਗੇਜ ਕਰਕੇ ਉਹਦਾ ਮੇਨਟੇਨ ਕਰਦੀਆਂ ਨੇ, ਪਰ ਇੱਕ ਦੂਜੇ ਨੂੰ ਜਾਣਦੇ ਨਹੀਂ ਉਹ ਇਹ ਪਾਰਟਿਸਿਪੇਟ ਕਰ ਰਹੇ ਨੇ। ਇਥੀਰੀਅਮ ਇੱਕ ਚੀਜ਼ ਆ, ਉਹ ਬਣਨਾ ਚਾਹੁੰਦੀ ਹੈ ਇੱਕ ਡਿਸਟ੍ਰੀਬਿਊਟਿਡ ਕੰਪਿਊਟਿੰਗ ਸਿਸਟਮ। ਸੋ ਉਹਦੇ ਵਿੱਚ ਜਿਹਨੂੰ ਮੇਨਟੇਨ ਕਰਦੇ ਨੇ ਉਹ ਆ ਕੇ ਆਪਣਾ ਕੰਪਿਊਟ ਪਾਵਰ ਲਗਾਉਂਦੇ ਨੇ, ਜਿੱਥੇ ਤੁਸੀਂ ਐਪਾਂ ਬਣਾ ਸਕਦੇ ਹੋ। ਕਿਸੇ ਦੇ ਕੰਪਿਊਟ ਪਾਵਰ ਦੇ ਤੁਸੀਂ ਉਹ ਨਹੀਂ ਹੈਗੇ, ਬਿਹੋਲਡਨ ਨਹੀਂ ਹੈਗੇ ਕਿਸੇ ਦੇ, ਜਿੱਦਾਂ ਐਮਾਜ਼ੋਨ ਜਾਂ ਗੂਗਲ ਤੇ ਕੰਪਿਊਟਰ ਪਾਵਰ ਤੇ ਤੁਸੀਂ ਬਿਹੋਲਡਨ ਨਹੀਂ ਹੈਗੇ, ਉਹਦੇ ਸਵਿਚ ਕਰ ਸਕਦੇ ਹੋ। ਸੋ ਉਹ ਇਹ ਇੱਕ ਵਿਜ਼ਨ ਬਣਾ ਰਹੇ ਨੇ ਕਿ ਇੱਕ ਵਰਲਡ ਕੰਪਿਊਟਰ ਦੀ ਐਪ ਹੋਵੇ ਜਿਹਦਾ ਇੱਕ ਲੌਗ ਸਿਸਟਮ ਪਬਲਿਕਲੀ ਅਵੇਲੇਬਲ ਹੈ, ਜਿਹਨੂੰ ਆਪਾਂ ਦੇਖ ਸਕਦੇ ਹਾਂ। ਸੋ ਫਿਲਹਾਲ ਮੈਂ ਕਹੂੰਗਾ ਕਿ 10 ਤੋਂ 20 ਸਾਲਾਂ ਦੇ ਵਿੱਚ ਜੇ ਦੀ ਐਪਲੀਕੇਸ਼ਨ ਹੈ ਤਾਂ ਜਿਹੜਾ ਫਾਈਨੈਂਸ਼ੀਅਲ ਇਨਫਰਾਸਟ੍ਰਕਚਰ ਆ ਜਾਂ ਬੈਂਕਿੰਗ ਇਨਫਰਾਸਟ੍ਰਕਚਰ ਆ ਉਹਨੂੰ ਵਧਾਉਣ ਦੇ ਵਿੱਚ ਹੈ। ਖਾਸ ਕਰਕੇ ਉਹਨਾਂ ਕੰਟਰੀਆਂ ਦੇ ਵਿੱਚ ਜਿੱਥੇ ਹਾਲੇ ਬੈਂਕਿੰਗ ਇਨਫਰਾਸਟ੍ਰਕਚਰ ਬਣ ਰਿਹਾ। ਅਫਰੀਕਾ ਤੇ ਲੈਟਿਨ ਅਮਰੀਕਾ ਦੇ ਵਿੱਚ ਉਹ ਕਾਫੀ ਵਰਤ ਰਹੇ ਨੇ ਉਹਨੂੰ, ਕਿਉਂਕਿ ਉਹਨਾਂ ਦਾ ਕਦੇ ਵਿਚਾਰਿਆਂ ਦਾ ਬੈਂਕਿੰਗ ਸਿਸਟਮ ਤਕੜਾ ਹੋ ਹੀ ਨਹੀਂ ਸਕਿਆ। ਸੋ ਉਹ ਇੱਕ ਨਵੇਂ ਹਿੱਸੇ ਤੋਂ ਸ਼ੁਰੂ ਕਰ ਰਹੇ ਨੇ ਕਿ ਇਹਨੂੰ ਬਿਟਕੋਇਨ ਨੂੰ ਜਾਂ ਕ੍ਰਿਪਟੋ ਕਰੰਸੀਆਂ ਨੂੰ ਅਹਿਮ ਰੱਖਦੇ ਹੋਏ ਕਿ ਅਸੀਂ ਇਹਦੇ ਦੁਆਲੇ ਇੱਕ ਬੈਂਕਿੰਗ ਸਿਸਟਮ ਖੜਾ ਕਰ ਸਕਦੇ ਹਾਂ ਜੋ ਲੋਕਾਂ ਦੇ ਆਮ ਤੌਰ ਤੇ ਵਿੱਚ ਵਰਤੋਂ ਆ ਗਿਆ। ਕਿਉਂਕਿ ਲੋਕ ਤੁਹਾਨੂੰ ਪਤਾ ਹੀ ਆ, ਜਿੱਦਾਂ ਤੁਸੀਂ ਕਿਹਾ ਸੀ, ਗਿੱਜ ਗਏ ਨੇ ਡਿਜੀਟਲੀ ਕੰਮ ਕਰਨ ਤੋਂ। ਸੋ ਹੁਣ ਸਾਡਾ ਇਹ ਹੈ ਕਿ ਅਸੀਂ ਜਿਹੜੇ ਟੂਲ ਵਰਤਦੇ ਹਾਂ ਉਹ ਡਿਜੀਟਲ ਨੇ, ਪਰ ਜਿਹੜਾ ਬੰਦਾ ਟੂਲ ਨੂੰ ਪ੍ਰੋਵਾਈਡ ਕਰ ਰਿਹਾ ਉਹ ਆਪ ਖੱਚਰ ਘੋੜੇ ਨਾਲ ਕੰਮ ਕਰ ਰਿਹਾ।
ਸੋ ਬੈਂਕਿੰਗ ਜਿਹੜੇ ਬੈਂਕ ਨੇ ਸੋ ਉਹਨਾਂ ਨੇ ਅੰਡਰਲਾਈਂਗ ਇਨਫਰਾਸਟ੍ਰਕਚਰ ਤੋਂ ਲੈ ਕੇ ਯੂਜ਼ਰ ਐਕਸਪੀਰੀਅੰਸ ਤੱਕ ਸਾਰਾ ਕੁਝ ਡਿਜੀਟਾਈਜ਼ ਕਰਤਾ। ਦੋਸਤੋ ਬਹੁਤ ਅਹਿਮ ਨੁਕਤੇ ਹੈ ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕੀਤੀ। ਇੱਕ ਸਮਾਂ ਸੀ ਜਦੋਂ ਹਰ ਰਾਜਾ ਆਪਣੀ ਕਰੰਸੀ ਬਣਾਉਂਦਾ ਸੀ, ਦੂਸਰਾ ਸਮਾਂ ਉਹ ਆਇਆ ਜਦੋਂ ਹਰੇਕ ਨੇਸ਼ਨ ਨੇ ਆਪਣੀ ਕਰੰਸੀ ਬਣਾਈ, ਤੀਸਰਾ ਸਮਾਂ ਸਾਡੇ ਕੋਲੇ ਉਹ ਆਇਆ ਜਦੋਂ ਸਾਡੇ ਕੋਲੇ ਇੰਟਰਨੈਸ਼ਨਲ ਐਕਸਚੇਂਜਸ ਆਈਆਂ, ਐਕਸਚੇਂਜ ਰੇਟ ਆਏ, ਚੌਥਾ ਸਮਾਂ ਉਹ ਆਇਆ ਜਦੋਂ ਸਾਡੀਆਂ ਟ੍ਰਾਂਜੈਕਸ਼ਨ ਡਿਜੀਟਲ ਹੋਈਆਂ। ਤੇ ਮੈਨੂੰ ਲੱਗਦਾ ਹੁਣ ਅਸੀਂ 5ਵੇਂ ਦੌਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਦੋਂ ਅਸੀਂ ਕ੍ਰਿਪਟੋ ਕਰੰਸੀ ਤੇ ਕਰੰਸੀ ਤੇ ਨਵੇਂ ਐਕਸਪੈਰੀਮੈਂਟ ਕਰਕੇ ਇਹਨਾਂ ਚੀਜ਼ਾਂ ਨੂੰ ਜਾਣਨ ਦੀ, ਸਮਝਣ ਦੀ, ਵਰਤਣ ਦੀ ਕੋਸ਼ਿਸ਼ ਕਰਾਂਗੇ, ਜਿਹਨੂੰ ਅਸੀਂ ਫਿਊਚਰ ਦੀ ਕਰੰਸੀ ਕਹਿ ਸਕਦੇ ਹਾਂ। ਉਮੀਦ ਹੈ ਕੁਝ ਗੱਲਾਂ ਤੁਹਾਡੇ ਇਸ ਬਾਰੇ ਸਮਝ ਆਈਆਂ ਹੋਣਗੀਆਂ। ਬੜਾ ਕੰਪਲੈਕਸ ਤੇ ਨਵਾਂ ਵਿਸ਼ਾ, ਬਹੁਤ ਸਾਰਾ ਇਹਦੇ ਨਾਲ ਸੰਬੰਧਿਤ ਰਹਿ ਗਿਆ ਹੋਊਗਾ, ਉਹ ਕਦੇ ਫੇਰ ਗੱਲ ਕਰਾਂਗੇ। ਗੁਰਜੋਤ, ਇੱਕ ਨਵੇਂ ਇਸ਼ੂ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।